Today I am going to read first two passages of lesson, some glimpses of ancient Indian thought and practices. Let's start. In a fight between the demons and the gods once, the demons were having an upper hand. In desperation and anxiety, the gods went to Lord Vishnu to find out as to how they could vanquish the demons. The Lord advised them to get a mighty sword, a thunderbolt, Vajrapat, prepared from the bones of some great sage. Accordingly, the gods approached the sage Dadichi, a great saint. Dadichi took no time in laying down his life so that his bones could be made into an invincible weapon. This victory of the good over evil is the rarest of the rare examples of great renunciation and sacrifice that this culture teaches. Who can forget the supreme sacrifice of the young sons of Shri Guru Gobind Singh? They chose to be bricked alive for the sake of their faith and the canons of justice and true liberty. Our philosophy and thought teach us to renounce, to sacrifice, to give away in charity in the real spirit of detachment. Idam na mam, this doesn't belong to me, is the real spirit behind the yajnas we are called upon to perform frequently in our homes. Should corruption, greed, lust for money, lust for easy money have any place in a country rich with such noble and lofty traditions? Students, this is the first passage I read. Now I will explain this in Punjabi. ਇਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਵਾਰ ਲੜਾਈ ਹੋ ਰਹੀ ਸੀ ਦੇਵਤਿਆਂ ਤੇ ਸ਼ੈਤਾਨ ਦੇ ਵਿੱਚ, ਤੇ ਇਸ ਲੜਾਈ ਦੇ ਵਿੱਚ ਜਿਹੜੇ ਸ਼ੈਤਾਨ ਸੀ ਉਹ ਜਿੱਤ ਰਹੇ ਸੀ। ਦੇ ਵਰ ਹੈਵਿੰਗ ਐਨ ਅਪਰ ਹੈਂਡ। ਠੀਕ ਹੈ, ਤਾਂ ਡੈਸਪਰੇਸ਼ਨ ਦੇ ਵਿੱਚ, ਮਤਲਬ ਨਿਰਾਸ਼ਾ ਦੇ ਵਿੱਚ ਜਾਂ ਚਿੰਤਾ ਦੇ ਵਿੱਚ ਜਿਹੜੇ ਦੇਵਤੇ ਸੀ ਉਹ ਲੋਰਡ ਵਿਸ਼ਨੂੰ ਦੇ ਕੋਲ ਗਏ ਅਤੇ ਉਹਨਾਂ ਨੇ ਸ਼ੈਤਾਨਾਂ ਨੂੰ ਹਰਾਉਣ ਦਾ ਹੱਲ ਪੁੱਛਿਆ ਵੀ ਇਸ ਸ਼ੈਤਾਨਾਂ ਨੂੰ ਕਿਸ ਤਰ੍ਹਾਂ ਹਰਾਇਆ ਜਾਏ। ਤਾਂ ਲੋਰਡ ਵਿਸ਼ਨੂੰ ਨੇ ਅੱਗੋਂ ਉਹਨਾਂ ਨੂੰ ਐਡਵਾਈਸ ਕੀਤਾ ਕਿ ਤੁਸੀਂ ਕਿਸੇ ਮਹਾਨ ਸੰਤ ਦੇ ਹੱਡੀਆਂ ਤੋਂ ਬਣੀ ਹੋਈ ਤਲਵਾਰ ਜਾਂ ਕੋਈ ਸ਼ਸਤਰ ਪ੍ਰਾਪਤ ਕਰੋ, ਉਸ ਦੇ ਨਾਲ ਹੀ ਦੇਵਤਿਆਂ ਨੂੰ ਸ਼ੈਤਾਨ ਨੂੰ ਹਰਾਇਆ ਜਾ ਸਕਦਾ ਹੈ। ਅਤੇ ਗੋਡਸ ਜਿਹੜੇ ਸੀ ਉਹ ਗਏ ਸੰਤ ਦਦੀਚੀ ਕੋਲ। ਸੰਤ ਦਦੀਚੀ ਜਿਹੜੇ ਸੀ ਇੱਕ ਮਹਾਨ ਸੰਤ ਹੋਏ ਨੇ, ਅਤੇ ਉਹਨਾਂ ਨੇ ਅਪਰੋਚ ਕੀਤਾ ਦੇਵਤਿਆਂ ਨੇ। ਦੇਵਤੇ ਉਹਨਾਂ ਕੋਲ ਜਾ ਕੇ ਮਿਲੇ, ਅਤੇ ਸੰਤ ਦਦੀਚੀ ਜਿਹੜੇ ਸੀ ਉਹਨਾਂ ਨੇ ਵੀ ਜ਼ਰਾ ਟਾਈਮ ਨਹੀਂ ਲਗਾਇਆ ਆਪਣੇ ਜੀਵਨ ਨੂੰ ਤਿਆਗਣ ਦੇ ਵਿੱਚ ਇਸ ਚੰਗੇ ਕੰਮ ਵਾਸਤੇ, ਅਤੇ ਫਿਰ ਉਹਨਾਂ ਦੀ ਹੱਡੀਆਂ ਤੋਂ ਜਿਹੜੀ ਹੈ ਇੱਕ ਤਲਵਾਰ ਤਿਆਰ ਕੀਤੀ ਗਈ। ਅਤੇ ਇਸ ਤਰੀਕੇ ਦੇ ਨਾਲ ਕਹਿੰਦੇ ਜਿਹੜੀ ਹੈ ਬੁਰਾਈ ਦੇ ਉੱਪਰ ਜਿਹੜੀ ਹੈ ਅੱਛਾਈ ਦੀ ਜਿੱਤ ਹੈਗੀ ਹੈ, ਵੀ ਇਹ ਇੱਕ ਦੁਰਲਭ ਉਦਾਹਰਣ ਹੈ ਵੀ ਜਿਸ ਤਰ੍ਹਾਂ ਸੰਤ ਦਦੀਚੀ ਨੇ ਇੱਕ ਮਿੰਟ ਨਹੀਂ ਲਗਾਇਆ, ਸੋਚਿਆ ਨਹੀਂ ਆਪਣੀ ਲਾਈਫ ਨੂੰ ਤਿਆਗਣ ਵਾਸਤੇ, ਜਸਟ ਕਿ ਦੇਵਤੇ ਜਿਹੜੇ ਨੇ ਉਹ ਸ਼ੈਤਾਨਾਂ ਦੇ ਉੱਤੇ ਜਿੱਤ ਹਾਸਿਲ ਕਰ ਲੈਣ। ਠੀਕ ਹੈ, ਇਸ ਤਰ੍ਹਾਂ ਹੀ ਅੱਗੇ ਰਾਈਟਰ ਲਿਖ ਰਿਹਾ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਬਾਰੇ ਤੁਹਾਨੂੰ ਪਤਾ ਹੀ ਆ, ਉਹਨਾਂ ਦੇ ਮਹਾਨ ਬਲੀਦਾਨ ਨੂੰ ਕੌਣ ਭੁੱਲ ਸਕਦਾ ਆ। ਠੀਕ ਹੈ, ਉਹਨਾਂ ਨੇ ਧਰਮ ਦੀ ਖਾਤਰ, ਨਿਆਏ ਦੇ ਸਿਧਾਂਤਾਂ ਦੀ ਖਾਤਰ ਅਤੇ ਸੱਚੀ ਆਜ਼ਾਦੀ ਖਾਤਰ ਆਪਣੇ ਆਪ ਨੂੰ ਇੱਟਾਂ 'ਚ ਚਿਣਵਾਉਣਾ ਪਸੰਦ ਕੀਤਾ। ਠੀਕ ਹੈ, ਇਸੇ ਤਰ੍ਹਾਂ ਜਿਹੜੀ ਸਾਡੀ ਫਿਲੋਸਫੀ ਹੈ, ਸਾਡਾ ਜਿਹੜਾ ਦਰਸ਼ਨ ਸ਼ਾਸਤਰ ਹੈ ਅਤੇ ਜਿਹੜੇ ਸਾਡੇ ਵਿਚਾਰ ਨੇ ਉਹ ਸਾਨੂੰ ਤਿਆਗ ਕਰਨਾ, ਬਲੀਦਾਨ ਕਰਨਾ, ਵੈਰਾਗ ਦੀ ਭਾਵਨਾ ਜਿਹੜੀ ਹੈ ਉਹ ਸਿਖਾਉਂਦੇ ਨੇ। ਕਹਿੰਦੇ ਇਦਾਮ ਨਾ ਮਾਮ, ਇਹਦਾ ਮਤਲਬ ਹੈ ਕਿ ਦਿਸ ਡਜ਼ਨਟ ਬਿਲੋਂਗ ਟੂ ਮੀ, ਮਤਲਬ ਕੋਈ ਵੀ ਚੀਜ਼ ਜੋ ਇਸ ਦੁਨੀਆ 'ਚ ਹੈਗੀ ਉਹ ਮੇਰੇ ਨਾਲ ਸੰਬੰਧ ਨਹੀਂ ਰੱਖਦੀ ਜਾਂ ਮੇਰੀ ਨਹੀਂ ਹੈ। ਠੀਕ ਹੈ, ਕਹਿੰਦੇ ਜਿਹੜੇ ਅਸੀਂ ਘਰਾਂ ਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਯੱਗੇ ਕਰਦੇ ਸੀ, ਯਜਨਾਸ ਕਰਦੇ ਸੀ ਜਾਂ ਹਵਨ ਕਰਦੇ ਸੀ, ਉਹਨਾਂ ਦੇ ਪਿੱਛੇ ਇਹੀ ਭਾਵਨਾ ਹੁੰਦੀ ਸੀ ਕਿ ਦਿਸ ਡਜ਼ਨਟ ਬਿਲੋਂਗ ਟੂ ਮੀ, ਕਿ ਇਹ ਸਭ ਕੁਛ ਮੇਰਾ ਨਹੀਂ ਹੈ। ਅਤੇ ਅੱਗੇ ਰਾਈਟਰ ਜਿਹੜਾ ਆ ਉਹ ਸਾਨੂੰ ਸਵਾਲ ਪੁੱਛਦਾ ਆ ਕਿ ਕੀ ਇਹੋ ਜਿਹਾ ਦੇਸ਼ ਜਿਹਦੇ ਵਿੱਚ ਇੰਨੇ ਮਹਾਨ ਸੈਕਰੀਫਾਈਸ ਹੋਏ ਨੇ, ਉੱਥੇ ਕੀ ਲਾਲਚ ਜਾਂ ਸੌਖੇ ਤਰੀਕਿਆਂ ਨਾਲ ਪੈਸਾ ਕਮਾਉਣ ਦੀ ਜਿਹੜੀ ਸਾਡੀ ਪ੍ਰਵਿਰਤੀ ਹੈ, ਠੀਕ ਹੈ, ਇਹੋ ਜਿਹੀ ਜਿਹੜੇ ਟਰਡੀਸ਼ਨਸ ਨੇ, ਇਹੋ ਜਿਹੇ ਜਿਹੜੇ ਸਾਡੇ ਵਿਚਾਰ ਨੇ, ਕਿ ਇਹਨਾਂ ਦੀ ਕੋਈ ਜਗ੍ਹਾ ਹੋਣੀ ਚਾਹੀਦੀ ਹੈ।
ਇਹੋ ਜਿਹੇ ਮਹਾਨ ਦੇਸ਼ 'ਚ ਜਿੱਥੇ ਸੈਕਰੀਫਾਈਸ ਕਰਨ ਲੱਗੇ ਕੋਈ ਜਿਹੜੇ ਸਾਡੇ ਗੁਰੂ ਹੋਏ ਨੇ ਜਾਂ ਸੰਤ ਹੋਏ ਨੇ, ਉਹਨਾਂ ਨੇ ਇੱਕ ਮਿੰਟ ਲਈ ਵੀ ਨਹੀਂ ਸੋਚਿਆ ਆਪਣੇ ਤਿਆਗ ਕਰਨ ਵਾਸਤੇ, ਪ੍ਰਾਣ ਬਲੀਦਾਨ ਕਰਨ ਵਾਸਤੇ। ਅਤੇ ਇਹੋ ਜਿਹੇ ਦੇਸ਼ ਦੇ ਵਿੱਚ ਕੀ ਸਾਨੂੰ ਜਿਹੜਾ ਲਾਲਚ ਜਾਂ ਈਜ਼ੀ ਮਨੀ, ਪੈਸਾ ਕਮਾਉਣ ਦੇ ਜਿਹੜੇ ਸੌਖੇ ਤਰੀਕੇ ਨੇ ਜਾਂ ਗਲਤ ਤਰੀਕੇ ਨੇ, ਕਿ ਇਹੋ ਜਿਹੇ ਵਿਚਾਰਾਂ ਦੀ ਜਗ੍ਹਾ ਸਾਡੇ ਦੇਸ਼ ਦੇ ਵਿੱਚ ਹੋਣੀ ਚਾਹੀਦੀ ਹੈ। ਅਤੇ ਇਹ ਤੁਹਾਡਾ ਪਹਿਲਾ ਪੈਰਾਗ੍ਰਾਫ ਸੀ ਜਿਹੜਾ ਮੈਂ ਐਕਸਪਲੇਨ ਕੀਤਾ। ਅਤੇ ਹੁਣ ਅਸੀਂ ਜਿਹੜਾ ਆ ਸੈਕਿੰਡ ਪੈਰਾਗ੍ਰਾਫ ਕਰਾਂਗੇ। Now I am going to read second paragraph. The elder ones of this country, as per tradition coming down from thousands of years to this day, consider it a divine and blessed duty to feed the birds flying in the sky, the animals moving about on this earth, and the insects living in small holes inside the earth. This noble tradition is an ocular proof of the fact that the people of this country believe in the unity of life anywhere and everywhere. Vasudhaiva Kutumbakam, the entire universe is one family, is the basic thought that works here. And in the various such ceremonies like the tradition of langar in the holy temples and gurdwaras, and the message of the holy gurus contained in the directive, eat only after you have shared your meal with others. Vand chakko. This idea of distribution applies not only to food, it extends well up to the entire resources and funds that are available to man. Do we still need to be taught to love the entire mankind as our kith and kin and respect the sanctity of life through total non-violence? Now I am going to explain second paragraph in Punjabi. ਇਸ ਵਿੱਚ ਕਿਹਾ ਗਿਆ ਹੈ ਕਿ ਇਸ ਦੇਸ਼ ਦੇ ਜੋ ਬਜ਼ੁਰਗ ਹੋਏ ਨੇ ਉਹ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਪਰੰਪਰਾਵਾਂ ਦੇ ਅਨੁਸਾਰ ਇਸ ਨੂੰ ਇੱਕ ਆਪਣਾ ਦੈਵੀ ਅਤੇ ਪਵਿੱਤਰ ਫਰਜ਼ ਹੀ ਮੰਨਦੇ ਸਨ ਕਿ ਜੋ ਆਕਾਸ਼ ਵਿੱਚ ਉੱਡਦੇ ਪੰਛੀ ਨੇ ਜਾਂ ਧਰਤੀ 'ਤੇ ਰਹਿਣ ਵਾਲੇ ਜਾਨਵਰ ਜਾਂ ਧਰਤੀ ਦੇ ਅੰਦਰ ਨੀਚੇ ਰਹਿਣ ਵਾਲੇ ਜੋ ਕੀੜੇ ਮਕੌੜੇ ਨੇ ਉਹਨਾਂ ਨੂੰ ਖਾਣਾ ਖਵਾਇਆ ਜਾਏ। ਕਹਿੰਦੇ ਇਹ ਇਸ ਗੱਲ ਦਾ ਪ੍ਰਤੱਖ ਜਿਹੜਾ ਪ੍ਰਮਾਣ ਕਰਦਾ ਹੈ ਕਿ ਜਿਹੜੇ ਇਸ ਦੇਸ਼ ਦੇ ਲੋਕ ਨੇ ਉਹ ਜੀਵਨ ਦੀ ਅਖੰਡਤਾ ਵਿੱਚ ਜਾਂ ਏਕਤਾ ਵਿੱਚ ਵਿਸ਼ਵਾਸ ਰੱਖਦੇ ਹਨ, ਚਾਹੇ ਉਹ ਕਿਤੇ ਵੀ ਹੋਣ, ਐਨੀਵੇਅਰ and everywhere. Vasudhaiva Kutumbakam, the entire universe is one family. ਇਸ ਦਾ ਮਤਲਬ ਹੈ ਕਿ ਜਿਹੜਾ ਪੂਰਾ ਵਿਸ਼ਵ ਹੈ ਉਹ ਇੱਕ ਪਰਿਵਾਰ ਦੇ ਸਮਾਨ ਹੈ। ਜੋ ਲੰਗਰ ਦੀ ਪ੍ਰਥਾ ਚੱਲਦੀ ਆ ਰਹੀ ਹੈ ਸਾਡੇ ਮੰਦਰਾਂ ਜਾਂ ਗੁਰਦੁਆਰਿਆਂ ਦੇ ਵਿੱਚ, ਇਸ ਲੰਗਰ ਪ੍ਰਥਾ ਦੇ ਪਿੱਛੇ ਵੀ ਇਹੀ ਬੇਸਿਕ ਜਿਹੜਾ ਵਿਚਾਰ ਹੈ ਉਹ ਕੰਮ ਕਰਦਾ ਹੈ ਕਿ ਜਿਹੜਾ ਇਹ ਸਾਰਾ ਸੰਸਾਰ ਹੈ ਉਹ ਇੱਕ ਪਰਿਵਾਰ ਦੀ ਤਰ੍ਹਾਂ ਹੈ। ਜੋ ਸਾਡੇ ਪਵਿੱਤਰ ਗੁਰੂ ਹੋਏ ਨੇ ਉਹਨਾਂ ਨੇ ਵੀ ਆਪਣਾ ਮੈਸੇਜ ਇਹੀ ਦਿੱਤਾ ਹੈ ਕਿ ਈਟ ਓਨਲੀ ਆਫਟਰ ਯੂ ਹੈਵ ਸ਼ੇਅਰਡ ਯੋਰ ਮੀਲ ਵਿਦ ਅਦਰਸ, ਮਤਲਬ ਤੁਸੀਂ ਆਪਣਾ ਭੋਜਨ ਉਦੋਂ ਕਰੋ ਜਦੋਂ ਤੁਸੀਂ ਆਪਣੇ ਭੋਜਨ ਨੂੰ ਦੂਸਰਿਆਂ ਨਾਲ ਸ਼ੇਅਰ ਕਰ ਲਿੱਤਾ ਹੈ ਜਾਂ ਦੂਸਰਿਆਂ ਨਾਲ ਵੰਡ ਲਿਆ ਹੈ, ਜਿਸ ਨੂੰ ਵੰਡ ਛਕੋ ਪੰਜਾਬੀ ਦੇ ਵਿੱਚ ਕਿਹਾ ਗਿਆ ਹੈ। ਕਹਿੰਦੇ ਇਹ ਜਿਹੜਾ ਵਿਚਾਰ ਹੈਗਾ ਆ ਦੂਸਰਿਆਂ ਨਾਲ ਆਪਣਾ ਭੋਜਨ ਸ਼ੇਅਰ ਕਰਨ ਦਾ, ਇਹ ਸਿਰਫ ਭੋਜਨ ਤੱਕ ਹੀ ਸੀਮਿਤ ਨਹੀਂ ਹੈ ਕਿ ਖਾਲੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਿਰਫ ਭੋਜਨ ਨੂੰ ਸ਼ੇਅਰ ਕੀਤਾ ਜਾਏ। ਤਾਂ ਆਦਮੀ ਕੋਲ ਜੋ ਵੀ ਰਿਸੋਰਸਿਸ, ਜੋ ਵੀ ਹੋਰ ਫੰਡਸ ਜਾਂ ਪੈਸਾ ਜਾਂ ਹੋਰ ਚੀਜ਼ਾਂ ਅਵੇਲੇਬਲ ਹਨ, ਜੋ ਉਹਦੇ ਕੋਲ ਉਪਲਬਧ ਹਨ, ਇਹ ਜਿਹੜਾ ਵਿਚਾਰ ਹੈ ਉੱਥੇ ਵੀ ਕੰਮ ਕਰਦਾ ਹੈ। ਮਤਲਬ ਸਿਰਫ ਖਾਣੇ ਤੱਕ ਹੀ ਸੀਮਿਤ ਨਹੀਂ ਹੈ, ਬਾਕੀ ਚੀਜ਼ਾਂ ਵੀ ਸਾਨੂੰ ਦੂਸਰਿਆਂ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਐਂਡ 'ਤੇ ਫਿਰ ਉਹ ਕਹਿ ਰਿਹਾ ਹੈ ਕਿ ਕੀ ਅਜੇ ਵੀ ਇਸ ਗੱਲ ਦੀ ਸਾਨੂੰ ਜ਼ਰੂਰਤ ਹੈ ਕਿ ਸਾਰੀ ਮਨੁੱਖਤਾ ਨੂੰ ਆਪਣਾ ਸੰਬੰਧੀ ਸਮਝਣਾ ਚਾਹੀਦਾ ਹੈ ਜਾਂ ਸੰਪੂਰਨ ਅਹਿੰਸਾ ਦੁਆਰਾ ਜੀਵਨ ਦੀ ਪਵਿੱਤਰਤਾ ਦਾ ਸਨਮਾਨ ਜਿਹੜਾ ਹੈ ਕਿ ਸਾਨੂੰ ਸਿਖਾਇਆ ਜਾਵੇ। ਦਿਸ ਇਜ਼ ਦਾ ਸੈਕਿੰਡ ਪੈਰਾਗ੍ਰਾਫ। ਥੈਂਕ ਯੂ।